ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਸਾਥੀਓ, ਬਜ਼ੁਰਗੋ, ਭੈਣੋ, ਬੱਚੇ ਬੱਚੀਆਂ, ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਸਤਿ ਸ੍ਰੀ ਅਕਾਲ, ਨਮਸਕਾਰ। ਸੀਕਰੇਟ ਰਹੱਸ ਦਾ ਅਗਲਾ ਹਿੱਸਾ ਜਿਹੜਾ ਹੈ, ਰਹੱਸ ਦਾ ਪ੍ਰਯੋਗ ਕਿਸ ਤਰ੍ਹਾਂ ਕਰੀਏ, ਜਿਹਦੇ ਵਿੱਚ ਪਹਿਲਾ ਕਦਮ, ਦੂਜਾ ਕਦਮ ਆਪਾਂ ਨੇ ਜਿਹੜਾ ਹੈ ਸੁਣਿਆ ਹੈ। ਉਹਦੇ ਵਿੱਚ ਹੁਣ ਉਸ ਤੋਂ ਅਗਲਾ ਹਿੱਸਾ ਜਿਹੜਾ ਹੈ, ਤੀਜੇ ਹਿੱਸੇ ਦਾ ਅਗਲਾ ਹਿੱਸਾ ਆਪਾਂ ਜਿਹੜਾ ਹੈ ਉਹਦੇ 'ਤੇ ਬੋਲ ਰਹੇ ਹਾਂ। ਉਹਦੇ 'ਚੋਂ ਕੁਝ ਹਿੱਸਾ ਤੀਜੇ ਕਦਮ ਦਾ ਕੁਝ ਹਿੱਸਾ ਆਪ ਜੀ ਨੇ ਸੁਣਿਆ ਸੀ। ਉਸ ਤੋਂ ਅੱਗੇ ਹੁਣ ਉਹਦੀ ਲੜੀ ਜੋੜ ਕੇ ਉਹ ਅੱਗੇ ਆਪ ਜੀ ਨੂੰ ਉਹ ਵਿਚਾਰ ਰੱਖੇ ਜਾ ਰਹੇ ਹਨ। ਜਿਸ ਤਰ੍ਹਾਂ ਬਾਬ ਡਾਇਲ ਆਪਣੇ ਵਿਚਾਰਾਂ ਵਿੱਚ ਕਹਿੰਦਾ ਹੈ ਕਿ ਹੋ ਸਕਦਾ है कि आप जागने पर उस चीज़ को मौजूद देखें ये सचमुच साकार हो चुकी है, या फिर आपको अचानक कोई काम करने की प्रेरणा मिल जाए। आपको निश्चित रूप में ये नहीं कहना चाहिए कि देखिए मैं इसे इस तरह से कर सकता हूँ, लेकिन ये मुझे पसंद नहीं है। अगर स्थिति ये है तो आप सही रास्ते पर नहीं हैं। बड़ा सुंदर विचार है। अगे कहते हैं, कर्म का मतलब कई लोगों के लिए काम हो सकता है, लेकिन प्रेरित कर्म काम जैसा बिल्कुल महसूस नहीं होगा। प्रेरित कर्म और कर्म के बीच फ़र्क ये है कि प्रेरित कर्म वह है जब आप पाने के लिए काम कर रहे हैं। अगर आप उस चीज़ को साकार करवाने के लिए काम कर रहे हैं तो आप पीछे फिसल गए हैं। प्रेरित कर्म प्रसारित होता है और इससे अद्भुत महसूस होता है, क्योंकि आप पाने की फ्रीक्वेंसी पर होते हैं। कल्पना करें कि ज़िंदगी तेज़ी से बहती नदी है। किसी चीज़ की साकार करवाने के लिए काम करते समय ऐसा महसूस होगा जैसे आप नदी के बहाव के खिलाफ तैर रहे हैं। ये मुश्किल होगा और संघर्ष जैसा लगेगा। दूसरी तरफ ब्रह्मांड से पाने के लिए कर्म करते समय आपको ऐसा महसूस होगा जैसे आप नदी के बहाव के साथ बह रहे हैं। यह प्रसारित महसूस होगा, यह प्रेरित कर्म है और ब्रह्मांड तथा जिंदगी के बहाव के साथ तैरने की भावना है। कई बार तो किसी चीज़ को पाने तक आपको पता ही नहीं चलेगा कि आपने कर्म किया था, क्योंकि कर्म करते समय आप बहुत अच्छा महसूस हो रहा था। तब आप पलट कर देखेंगे और इस बात पर फौरन हैरान होंगे कि किस तरह ब्रह्मांड आपको वहाँ तक ले गया है जहाँ आप जाना चाहते हैं, और उस चीज़ को आपके पास ले आएगा जिसे आप पाना चाहते थे। डॉक्टर जॉब टाल अपने विचारों में कहता है कि ब्रह्मांड तीव्र गति को पसंद करता है। विलंब ना करें, दोबारा ना सोचें, शंका ना करें। जब अवसर मौजूद हो, जब आवेग मौजूद हो, जब अंदर से सहज बोध की प्रेरणा का इशारा हो, तो तत्काल कर्म कर दें। यह आपका काम है और आपको बस इतना ही करना है। अपनी सहज भावनाओं पर भरोसा करें। यह ब्रह्मांड का इशारा है जो आप
आपको प्रेरित कर रहा है। यह ब्रह्मांड का इशारा है जो पाने की फ्रीक्वेंसी पर आपके साथ संक्षेपण कर रहा है। अगर आपके मन के सहज भावना है तो आपका अनुसरण करें। आप पाएंगे ब्रह्मांड चुंबक की तरह आपको मांगी हुई चीज़ की ओर ले जा रहा है। बड़ा सुंदर विचार है। ਇਹਦੇ ਵਿੱਚ ਜੇਕਰ ਆਪਾਂ ਸਹੀ ਤਰੀਕੇ ਨਾਲ ਸੋਚਦੇ ਹਾਂ ਤੇ ਸਹੀ ਤਰੀਕੇ ਨਾਲ ਉਸ ਦਾ ਪ੍ਰਯੋਗ ਕਰਦੇ ਹਾਂ ਤਾਂ ਫਿਰ ਤਾਂ ਵਾਰੇ ਨਿਆਰੇ ਹੈ। ਲੇਕਿਨ ਇਸ 'ਤੇ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਵਿਸ਼ਵਾਸ ਨਹੀਂ ਤਾਂ ਅਸੀਂ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਸਾਨੂੰ ਇੰਝ ਲੱਗਦਾ ਹੈ ਕਿ ਸਭ ਝੂਠ ਹੈ। ਇਤਨਾ ਸਮਾਂ ਇੰਨੀ ਸੋਚ ਕਿਸੇ ਦੀ ਹੈ ਹੀ ਨਹੀਂ ਹੈ ਕਿ ਉਸ 'ਤੇ ਪੂਰੇ ਯਕੀਨ ਨਾਲ ਉਸ 'ਤੇ ਵਿਸ਼ਵਾਸ ਕਰ ਸਕੇ। ਲੇਕਿਨ ਯਕੀਨ ਤਾਂ ਇਹ ਜਿਹੜੇ ਹੈ ਬੁੱਧੀਜੀਵੀ ਲੋਕ ਕਹਿ ਰਹੇ ਹੈ ਕਿ ਯਕੀਨ ਤਾਂ ਆਪ ਨੂੰ ਕਰਨਾ ਹੀ ਪਏਗਾ। ਇਹਨਾਂ ਨੇ ਅੱਗੇ ਜਿਵੇਂ ਪਾਇਆ ਉਹ ਵੀ ਅੱਗੇ ਦੱਸਿਆ ਜਾਵੇਗਾ। ਇਸ ਕਰਕੇ ਬੜੇ ਸਹਿਜ ਭਾਵ ਨਾਲ ਇਸ 'ਤੇ ਗੌਰ ਕਰਨਾ, ਗੌਰ ਕਰਕੇ ਉਸ ਨੂੰ ਪੂਰੀ ਤਰ੍ਹਾਂ ਉਹਦੇ 'ਤੇ ਯਕੀਨ ਕਰਨਾ। ਇਹਨਾਂ ਨੂੰ ਜੋ ਵਸਤੂਆਂ ਜੋ ਸਾਡੀ ਲੋੜ ਹੈ ਉਸ ਨੂੰ ਪਾਉਣ ਵਾਸਤੇ ਇਹਦੇ ਨਾਲ ਜੁੜੇ ਰਹਿਣਾ। ਤਾਂ ਹੀ ਅਸੀਂ ਇਹ ਤਾਂ ਜਿਵੇਂ ਜਿਵੇਂ ਅੱਗੇ ਜਾਵਾਂਗੇ ਬਹੁਤ ਕੁਝ ਪ੍ਰਾਪਤ ਹੁੰਦਾ ਹੈ। ਪਰ ਬਹੁਤ ਸਾਰੇ ਮੇਰੇ ਸਾਥੀ ਇਹ ਸੋਚਦੇ ਹੋਣਗੇ ਕਿ ਇੱਕ ਇਹ ਐਵੇਂ ਨਿੱਤ ਮੱਥਾ ਮਾਰਨ ਦੀ ਕੀ ਲੋੜ ਹੈ। ਲੇਕਿਨ ਜਿਹਨੇ ਸੂਝਵਾਨ ਲੋਕ ਹੈ ਜੋ ਐਸੇ ਵਿਚਾਰਾਂ ਨੂੰ ਚਾਹੁੰਦੇ ਹਨ ਉਹ ਤਾਂ ਇਸ ਨੂੰ ਸਰਵਣ ਜ਼ਰੂਰ ਕਰ ਰਹੇ ਹੈ। ਲੇਕਿਨ ਕੁਝ ਵੇਖ ਕੇ ਥੋੜ੍ਹੀ ਦੇਰ ਦੇਖ ਕੇ ਉਸ ਨੂੰ ਛੱਡ ਦਿੰਦੇ ਹੈ। ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਇਸ ਨੂੰ ਜੇਕਰ ਪੂਰੇ ਤੌਰ 'ਤੇ ਸਾਰਾ ਪਿੱਛੇ ਤੋਂ ਲੈ ਕੇ ਹੁਣ ਤੱਕ ਸਭ ਕੁਝ ਜੋ ਸੁਣਿਆ ਉਹਦੇ ਮੁਤਾਬਕ ਆਪਣਾ ਕਰਮ ਬਣੇਗਾ ਤਾਂ ਹੀ ਅਸੀਂ ਕੁਝ ਪ੍ਰਾਪਤ ਕਰ ਸਕਦੇ ਹਾਂ। ਅਗਲਾ ਭਾਗ ਇੱਕ ਭਾਗ ਇਹਦਾ ਤੀਜੇ ਕਦਮ ਦਾ ਰਹਿ ਗਿਆ, ਉਹ ਕੱਲ੍ਹ ਨੂੰ ਆਪਾਂ ਥੋੜ੍ਹਾ ਜਿਹਾ 5-6 ਮਿੰਟਾਂ ਦਾ ਹੋਏਗਾ, ਉਹ ਕੱਲ੍ਹ ਨੂੰ ਪੇਸ਼ ਕਰਾਂਗੇ। ਅਤੇ ਅੱਜ ਇਸ 'ਤੇ ਵਿਚਾਰ ਕਰਨਾ ਹੈ ਅਤੇ ਬਹੁਤ ਵਧੀਆ ਵਿਚਾਰ ਹੈ। ਅੱਗੇ ਅੱਗੇ ਜਿਵੇਂ ਜਿਵੇਂ ਇਹਨਾਂ ਰਾਈਟਰਾਂ ਨੇ ਜਾਂ ਇਹਨਾਂ ਬੁੱਧੀਜੀਵੀਆਂ ਨੇ ਇਸ ਨੂੰ ਪਾਇਆ ਹੈ ਉਹਦੇ ਤਰੀਕੇ ਵੀ ਦੱਸੇ ਹੈ। ਸਾਰਾ ਕੁਝ ਉਸਨੇ ਦੱਸਿਆ ਕਿ ਮੈਂ ਕਿਵੇਂ ਕੀਤਾ। ਉਹਨਾਂ ਮੁਤਾਬਕ ਅਸੀਂ ਚੱਲਦੇ ਹੋਏ ਆਪਣੇ ਆਪ ਨੂੰ ਸਫਲ ਬਣਾਉਣਾ ਹੈ ਤਾਂ ਕਿ ਉਹ ਵਿਚਾਰ ਵੀ ਬਦਲ ਜਾਣਗੇ ਅਤੇ ਉਸ ਪਾਸੇ ਬਹੁਤ ਅਕਲ ਸਿਆਣਪ ਵੀ ਇਨਸਾਨ ਦੇ ਵਿੱਚ ਆ ਜਾਂਦੀ ਹੈ, ਜਿਹਦੇ ਨਾਲ ਇੱਕ ਬੁੱਧੀਜੀਵੀ ਇਨਸਾਨ ਬਣ ਜਾਂਦਾ ਹੈ। ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਕਾ। ਕੱਲ੍ਹ ਫਿਰ ਆਪਾਂ ਇਸ ਤੀਸਰੇ ਕਦਮ ਦਾ ਅਗਲਾ ਹਿੱਸਾ ਆਪ ਜੀ ਦੇ ਸਨਮੁਖ ਰੱਖਾਂਗੇ ਅਤੇ ਉਸ ਨੂੰ ਵੀ ਆਪ ਜੀ ਨੇ ਸਰਵਣ ਕਰਕੇ ਉਸ 'ਤੇ ਗੌਰ ਕਰਨਾ ਹੈ। ਹੋਰ ਇਸ ਤਰ੍ਹਾਂ ਜੇਕਰ ਹੋਏਗਾ ਤਾਂ ਫਿਰ ਹੀ ਅਸੀਂ ਇਸ ਨੂੰ ਪ੍ਰਾਪਤ ਕਰਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪ ਜੀ ਇਸ ਨੂੰ ਬਹੁਤ ਸਹਿਯੋਗ ਦੇ ਰਹੇ ਹੋ ਔਰ ਸਹਿਯੋਗ ਦੇ ਕੇ ਸਬਸਕ੍ਰਾਈਬ ਕਰ ਰਹੇ ਹੋ। ਉਸ ਨੂੰ ਇਸ ਨਾਲ ਤਾਂ ਸਿਰਫ ਇਹੀ ਪਤਾ ਲੱਗਦਾ ਕਿ ਇੰਨੇ ਇਨਸਾਨ ਹੈ ਜਿਹੜੇ ਧਰਮੀ ਇਨਸਾਨ ਹੈ, ਬੁੱਧੀਜੀਵੀ ਇਨਸਾਨ ਹੈ ਜੋ ਇਹੋ ਜਿਹੇ ਵਿਚਾਰਾਂ ਨੂੰ ਚਾਹੁੰਦੇ ਹਨ ਅਤੇ ਉਹ ਇਸ ਕਰਕੇ ਉਹ ਵੀ ਨਾਲ ਦੀ ਨਾਲ ਦੱਸਦੇ ਰਹਿਣਾ, ਲਾਈਕ ਔਰ ਸਬਸਕ੍ਰਾਈਬ ਕਰਦੇ ਰਹਿਣਾ। ਇਸ ਨਾਲ ਹੌਸਲਾ ਵੱਧਦਾ ਹੈ ਤਾਂ ਕਿ ਆਪ ਦੇ ਨਾਲ ਜੁੜੇ ਰਹੀਏ। ਇੰਨਾ ਹੀ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ। ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।